ਜੋ ਵੀ ਕਿਸੇ ਧਰਮ ਦੀ ਬੇਅਦਬੀ ਕਰਦਾ ਉਸ ਦੀ ਜਿਹੜੀ ਸਜ਼ਾ ਉਹ ਸਜ਼ਾਏ ਮੌਤ ਹੋਣੀ ਚਾਹੀਦੀ ਹੈ। ਤੁਸੀਂ ਦੇਖ ਲਿਓ ਜਦੋਂ ਇਹ ਕਾਨੂੰਨ ਲਾਗੂ ਹੋ ਗਿਆ ਤੇ ਫੇਰ ਕਿਸੇ ਦਾ ਮਾਨਸਿਕ ਸੰਤੁਲਨ ਖਰਾਬ ਨਹੀਂ ਹੋਣਾ ਭਗਤਾ ਜੀ, ਇਹ ਵੀ ਮੈਂ ਗਾਰੰਟੀ ਨਾਲ ਕਹਿ ਸਕਦਾ। ਬਾਹਰ ਇੰਨੇ ਲੋਕ ਜਾਂਦੇ ਸੀ, ਉਹਨਾਂ ਦੇ ਨਾਲ ਉਹਨੇ ਝਗੜਾ ਕਿਉਂ ਨਹੀਂ ਕੀਤਾ? ਕਿਉਂ? ਉਸ ਦਾ ਟਾਰਗੇਟ ਬੰਨਿਆ ਹੋਇਆ ਸੀ ਕਿ ਉਸਨੇ ਦਰਬਾਰ ਸਾਹਿਬ ਦੇ ਵਿੱਚ ਹੀ ਜਾਣਾ, ਭੋਰਾ ਸਾਹਿਬ ਦੇ ਅੰਦਰ ਹੀ ਜਾਣਾ। ਅਸੀਂ ਦੇਖਿਆ ਕਿ ਜਦੋਂ ਵੀ ਇਸ ਤਰੀਕੇ ਦੀ ਘਟਨਾ ਵਾਪਰਦੀ ਹੈ ਤਾਂ ਜਿਹੜਾ ਦੋਸ਼ੀ ਹੁੰਦਾ ਹੈ, ਦੋਖੀ ਹੁੰਦਾ ਹੈ, ਜਿਹਨੇ ਇਸ ਤਰੀਕੇ ਦੀ ਬੇਅਦਬੀ ਕੀਤੀ ਹੁੰਦੀ ਹੈ, ਉਹਨੂੰ ਕਹਿ ਦਿੱਤਾ ਜਾਂਦਾ ਹੈ ਕਿ ਇਹਦਾ ਜਿਹੜਾ ਦਿਮਾਗੀ ਸੰਤੁਲਨ ਹੈ ਉਹ ਠੀਕ ਨਹੀਂ ਹੈ। ਜੀ ਜੀ। ਵੱਡਾ ਸਵਾਲ ਇਹ ਹੈ ਕਿ ਜੇ ਉਸ ਬੰਦੇ ਦਾ ਮਾਨਸਿਕ ਸੰਤੁਲਨ ਠੀਕ ਨਹੀਂ ਸੀ ਤਾਂ ਫਿਰ ਉਹ ਰੋਡ ਤੇ ਖੜ ਕੇ ਉਹਨੇ ਟਰੱਕ ਕਿਉਂ ਨਹੀਂ ਰੋਕ ਲਿਆ? ਇਸ ਵਕਤ ਉਹ ਦੋਖੀ ਬੰਦਾ ਸੰਗਤ ਦੇ ਹੱਥੀ ਚੜ੍ਹ ਜਾਂਦਾ ਤੇ ਇਹ 'ਚ ਕੋਈ ਸ਼ੱਕ ਨਹੀਂ ਕਿ ਸੰਗਤ ਜਾਂ ਉਹਨੂੰ ਕੁੱਟ ਕੇ ਮਾਰ ਵੀ ਸਕਦੀ। ਦਾ ਇੰਪੈਕਟ ਵਿਦ ਔਨ 에ਅਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹੈਪੀ ਭਗਤਾ ਤੇ ਸਾਡੇ ਨਾਲ ਨੇ ਰਾਓ ਵਰਿੰਦਰ ਜੀ। ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ। ਰਾਓ ਵਰਿੰਦਰ ਜੀ, ਜੋ ਘਟਨਾਵਾਂ ਵਾਪਰ ਰਹੀਆਂ ਨੇ ਸਾਡੇ ਪੰਜਾਬ ਦੇ ਵਿੱਚ ਵਾਪਰ ਰਹੀਆਂ, ਰੋਜ਼ ਨਵੀਂ ਘਟਨਾ ਸਾਹਮਣੇ ਆ ਜਾਂਦੀ ਲੋਕਾਂ ਦੇ ਅੱਗੇ ਤੇ ਫੇਸਬੁੱਕ ਦੁਆਰਾ ਫੇਰ ਚਾਲੂ ਹੋ ਜਾਂਦੀ ਹੈ, ਲੋਕ ਗੱਲਾਂ ਕਰਨ ਲੱਗ ਪੈਂਦੇ ਨੇ। ਘਟਨਾ ਵਾਪਰੀ ਹੈ ਮੋਰਿੰਡੇ ਦੇ ਗੁਰੂ ਘਰ ਦੇ ਵਿੱਚ, ਇੱਕ ਜਿਹੜਾ ਨੌਜਵਾਨ ਉਹ ਜਾਂਦਾ ਹੈਗਾ, ਗ੍ਰੰਥੀ ਸਿੰਘਾਂ ਦੇ ਥੱਪੜ ਵੀ ਮਾਰਦਾ ਹੈਗਾ, ਫਿਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦਾ ਹੈ। ਕਿਵੇਂ ਦੇਖਦੇ ਹੋ? ਭਗਤਾ ਜੀ ਦੇਖੋ, ਇਹ ਬੜਾ ਸੀਰੀਅਸ ਇਸ਼ੂ ਹੈਗਾ ਆ, ਕਿਉਂਕਿ 2-3 ਮਹੀਨੇ ਠੀਕ ਨਿਕਲਦੇ ਨੇ ਪੰਜਾਬ ਦੇ ਵਿੱਚ ਤੇ ਉਸ ਤੋਂ ਬਾਅਦ ਕਿਤੇ ਨਾ ਕਿਤੇ ਕੋਈ ਇਸ ਤਰ੍ਹਾਂ ਦੀ ਘਟਨਾ ਆ ਜਾਂਦੀ ਹੈ ਕਿ ਕੋਈ ਵਿਅਕਤੀ ਜਾਂ ਕੋਈ ਔਰਤ ਇਸੇ ਤਰੀਕੇ ਦੇ ਨਾਲ, ਗੈਰ ਕਾਨੂੰਨੀ ਤਰੀਕੇ ਦੇ ਨਾਲ, ਜਾਂ ਕਹਿ ਲਓ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਐਂਟਰ ਹੁੰਦਾ ਤੇ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰ ਦਿੱਤੀ ਜਾਂਦੀ ਹੈ। ਤੇ ਅੱਜ ਜਿਹੜਾ ਮੋਰਿੰਡਾ ਦੇ ਵਿੱਚ ਘਟਨਾ ਹੋਈ ਹੈ, ਇਹ ਗੱਲ ਹੋਈ ਹੈ ਕਿ ਗੁਰਦੁਆਰਾ ਕੋਤਵਾਲੀ ਸਾਹਿਬ ਜਿੱਥੇ ਬਣਿਆ ਹੋਇਆ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਦੇ ਵਿੱਚ, ਉੱਥੇ ਭੋਰਾ ਸਾਹਿਬ ਹੈ। ਭੋਰਾ ਸਾਹਿਬ ਦੇ ਵਿੱਚ 2 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਮੌਜੂਦ ਨੇ ਤੇ ਉੱਥੇ ਦੋਨਾਂ ਤੇ ਹੀ ਲਗਾਤਾਰ ਜਿਹੜੇ ਨੇ ਕਿ ਪਾਠਾਂ ਦੀ ਜਿਹੜੀ ਲੜੀ ਆ ਉਹ ਚੱਲਦੀ ਰਹਿੰਦੀ ਹੈ। ਅੱਜ ਵੀ ਦੁਪਹਿਰ ਦੇ ਤਕਰੀਬਨ 1 ਵਜੇ ਸਭ ਕੁਝ ਠੀਕ ਠਾਕ ਸੀਗਾ। 2 ਪਾਠੀ ਸਾਹਿਬਾਨ ਆਪਣਾ ਪਾਠ ਕਰ ਰਹੇ ਸੀ ਤੇ ਇਸਨੇ ਦੇ ਵਿੱਚ ਸੀਸੀਟੀਵੀ ਦੇ ਵਿੱਚ ਦਿਖਦਾ ਹੈ ਕਿ ਇੱਕ ਕਾਫੀ ਉੱਚਾ ਲੰਬਾ ਚੌੜਾ ਨੌਜਵਾਨ ਸਿਰ ਤੇ ਪਰਨਾ ਬੰਨਿਆ ਹੋਇਆ, ਕੇਸ ਰੱਖੇ ਹੋਏ ਤੇ ਬੂਟਾਂ ਦੇ ਸਣੇ ਪਹਿਲਾਂ ਦਰਬਾਰ ਸਾਹਿਬ ਦੇ ਵਿੱਚ ਐਂਟਰ ਕਰਦਾ ਹੈ, ਜੰਗਲਾ ਟੱਪਦਾ ਤੇ ਜੰਗਲਾ ਟੱਪ ਕੇ ਕੁਝ ਨਹੀਂ ਦੇਖਦਾ, ਸਭ ਤੋਂ ਪਹਿਲਾਂ ਦੋਨੇ ਪਾਠੀ ਸਿੰਘਾਂ ਦੇ ਚਪੇੜਾ ਮਾਰਦਾ ਉਹ ਬੰਦਾ। ਉਹਨੇ ਇਹ ਨਹੀਂ ਦੇਖਿਆ ਕਿ ਪਾਠੀ ਸਿੰਘ ਨੇ ਇਸ ਵੇਲੇ ਵਿਰਾਜਮਾਨ ਨੇ, ਉਹ ਪਾਠ ਕਰ ਰਹੇ ਨੇ, ਦੋਨਾਂ ਪਾਠੀਆਂ ਨੂੰ ਕੁੱਟਦਾ ਤੇ ਦੋਨਾਂ ਪਾਠੀਆਂ ਨੂੰ ਕੁੱਟਣ ਤੋਂ ਬਾਅਦ ਆਪਣੇ ਸੱਜੇ ਹੱਥ ਦੇ ਨਾਲ ਇੱਕ ਕਰਕੇ ਜਿਹੜੇ ਗੁਰੂ ਸਾਹਿਬ ਦੀ ਜਿਹੜੀ ਬੀੜ ਹੈ ਉਹਨੂੰ ਵੀ ਸੁੱਟਣ ਦੀ ਕੋਸ਼ਿਸ਼ ਕਰਦਾ। ਸੋ ਇੱਕ ਵੱਡੀ ਜਿਹੜੀ ਬੇਅਦਬੀ ਦੀ ਘਟਨਾ ਇੱਕ ਵਾਰ ਫਿਰ ਸਾਡੇ ਪੰਜਾਬ 'ਚ ਵਾਪਰੀ ਆ, ਮੋਰਿੰਡੇ ਦੇ ਵਿੱਚ ਵਾਪਰੀ ਆ। ਮੋਰਿੰਡਾ ਜਿਹੜਾ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਦਾ ਹਲਕਾ ਉਹ ਵੀ ਪਹੁੰਚੇ ਸੀ, ਪਰ ਉਹ ਗੱਲ ਬਾਅਦ ਦੀ ਹੈ। ਪਰ ਜਿਹੜੀ ਗੱਲ ਇਹ ਹੈ ਕਿ ਲਗਾਤਾਰ ਇਸ ਤਰੀਕੇ ਦੀਆਂ ਘਟਨਾਵਾਂ ਵਾਪਰਦੀਆਂ ਨੇ ਤੇ ਅਸੀਂ ਦੇਖਿਆ ਕਿ ਜਦੋਂ ਵੀ ਇਸ ਤਰੀਕੇ ਦੀ ਘਟਨਾ ਵਾਪਰਦੀ ਹੈ ਤਾਂ ਜਿਹੜਾ ਦੋਸ਼ੀ ਹੁੰਦਾ ਹੈ, ਦੋਖੀ ਹੁੰਦਾ ਹੈ, ਜਿਹਨੇ ਇਸ ਤਰੀਕੇ ਦੀ ਬੇਅਦਬੀ ਕੀਤੀ ਹੁੰਦੀ ਹੈ, ਉਹਨੂੰ ਕਹਿ ਦਿੱਤਾ ਜਾਂਦਾ ਹੈ ਕਿ ਇਹਦਾ ਜਿਹੜਾ ਦਿਮਾਗੀ ਸੰਤੁਲਨ ਹੈ ਉਹ ਠੀਕ ਨਹੀਂ ਹੈ। ਇੱਥੇ ਵੀ ਇਹ ਜਦੋਂ ਖਬਰ ਆਈ ਸੀ ਤਾਂ ਸਾਰੇ ਪਾਸੇ ਲੋਕ ਪਹਿਲਾਂ ਹੀ ਕਹਿਣ ਲੱਗ ਗਏ ਸੀ ਕਿ ਦੇਖਿਓ ਹੁਣ ਇਹ ਕਿਹਾ ਜਾਊਗਾ ਕਿ ਬੰਦੇ ਦਾ ਜਿਹੜਾ ਮਾਨਸਿਕ ਸੰਤੁਲਨ ਹੈ ਉਹ ਠੀਕ ਨਹੀਂ ਸੀ, ਤੇ ਗੱਲ ਬਿਲਕੁਲ ਠੀਕ ਉਸੇ ਤਰੀਕੇ ਦੇ ਨਾਲ ਆਈ। ਹਾਲਾਂਕਿ ਮੌਕੇ ਤੇ ਜਿੰਨੇ ਵੀ ਸਿੰਘ ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਸੀ, ਚਾਹੇ ਉਹ ਕਮੇਟੀ ਦੇ ਕੁਝ ਮੈਂਬਰ ਸੀ, ਚਾਹੇ ਉਹ ਸੰਗਤ ਸੀ ਜਿਹੜੀ ਸੇਵਾ ਕਰਦੀ ਸੀ, ਜਾਂ ਜਿਹੜੇ ਮੱਥਾ ਟੇਕਣ ਆਏ ਸੀ ਨੌਜਵਾਨ, ਉਹਨਾਂ ਸਾਰਿਆਂ ਦੇ ਵੱਲੋਂ ਮੌਕੇ ਤੇ ਉਹ ਸ਼ਖਸ ਨੂੰ ਫੜਿਆ ਜਾਂਦਾ ਹੈ। ਫੜ ਕੇ ਛਿੱਤਰ ਪਰੇਡ ਬਹੁਤ ਚੰਗੀ ਤਰੀਕੇ ਨਾਲ ਕੀਤੀ ਜਾਂਦੀ ਹੈ ਤੇ ਉੱਥੇ ਜਿਹੜੀ ਆ ਇੱਕ ਸ਼ਖਸ ਹੈ ਜਿਹੜਾ ਉਹ ਤਲਵਾਰ ਚੁੱਕੀ ਵੀ ਨਜ਼ਰ ਆਉਂਦਾ ਹੈ। ਹਾਲਾਂਕਿ ਕੋਈ ਜ਼ਿਆਦਾ ਇਸ ਤਰੀਕੇ ਦਾ ਅਟੈਂਪਟ ਨਹੀਂ ਹੋਇਆ ਕਿ ਉਸ ਬੰਦੇ ਨੂੰ ਜਾਨੋਂ ਮੁਕਾ ਦਿੱਤਾ ਜਾਵੇ। ਕੁੱਟਮਾਰ ਉਹਦੀ ਬਥੇਰੀ ਕੀਤੀ ਗਈ ਹੈ ਤੇ ਕੁੱਟਮਾਰ ਕਰਨ ਜਦੋਂ ਹੁੰਦੀ ਹੈ ਤਾਂ ਉਸ ਤੋਂ ਬਾਅਦ ਕਮੇਟੀ ਦੇ ਜਿਹੜੇ ਮੈਂਬਰ ਨੇ ਉਹ ਫਟਾਫਟ ਪੁਲਿਸ ਨੂੰ ਸੂਚਿਤ ਕਰਦੇ ਨੇ, ਪੁਲਿਸ ਆਉਂਦੀ ਹੈ ਤੇ ਉਸ ਬੰਦੇ ਨੂੰ ਲੈ ਕੇ ਥਾਣੇ ਚਲੇ ਜਾਂਦੀ ਹੈ। ਉਸ ਤੋਂ ਬਾਅਦ ਜਿਹੜੀ ਸੰਗਤ ਇਕੱਠੀ ਹੁੰਦੀ ਹੈ, ਪਹਿਲਾਂ ਗੁਰੂ ਘਰ ਜਾਇਆ ਜਾਂਦਾ ਹੈ ਤੇ ਫਿਰ ਸਮਰਾਲਾ ਦਾ ਜਿਹੜਾ ਮੇਨ ਚੌਕ ਆ ਉੱਥੇ ਧਰਨਾ ਲਗਾਇਆ ਜਾਂਦਾ ਹੈ। ਉਸ ਮੇਨ ਚੌਕ ਤੋਂ ਉੱਠ ਕੇ ਫਿਰ ਜਿਹੜਾ ਧਰਨਾ ਸ਼ਿਫਟ ਕਰ ਦਿੱਤਾ ਜਾਂਦਾ ਹੈ ਥਾਣੇ ਦੇ ਬਾਹਰ
ਤੇ ਫਿਰ ਸੰਗਤ ਹੁਣ ਜਿਹੜੀ ਹੈ ਇਹ ਅਪੀਲ ਕਰ ਰਹੀ ਹੈ ਕਿ ਉਹ ਜਿਹੜਾ ਦੋਖੀ ਹੈ ਉਹ ਦਰਅਸਲ ਦੇ ਵਿੱਚ ਸੰਗਤ ਦਾ ਦੋਖੀ ਹੈ, ਕੌਮ ਦਾ ਦੋਖੀ ਹੈ, ਗੁਰੂ ਮਹਾਰਾਜ ਜੀ ਦਾ ਦੋਖੀ ਹੈ, ਤੇ ਉਸ ਨੂੰ ਸੰਗਤ ਦੇ ਹਵਾਲੇ ਕਰ ਦੇਣਾ ਚਾਹੀਦਾ ਤੇ ਸੰਗਤ ਉਸ ਦਾ ਫੈਸਲਾ ਕਰੇਗੀ ਜੀ। ਇਹ ਗੱਲ ਉਦੋਂ ਹੋ ਰਹੀ ਹੈ ਜਦੋਂ ਕਿ ਉਹ ਬੰਦਾ ਆਲਰੇਡੀ ਪੁਲਿਸ ਕਸਟਡੀ ਦੇ ਵਿੱਚ ਹੈ। ਪੁਲਿਸ ਦੇ ਜਦੋਂ ਕੋਈ ਵੀ ਅਪਰਾਧੀ ਚਲਾ ਜਾਂਦਾ, ਚਾਹੇ ਉਹਨੇ ਜਿੰਨਾ ਮਰਜ਼ੀ ਵੱਡਾ ਅਪਰਾਧ ਕੀਤਾ ਹੋਵੇ, ਤਾਂ ਫਿਰ ਪੁਲਿਸ ਉਹਨੂੰ ਇਸ ਤਰੀਕੇ ਦੇ ਨਾਲ ਭੀੜ ਦੇ ਹਵਾਲੇ ਨਹੀਂ ਕਰਦੀ, ਕਿਉਂਕਿ ਪੁਲਿਸ ਨੂੰ ਪਤਾ ਹੈ ਕਿ ਭੀੜ ਹੈ ਜਿਹੜੀ ਜਾਂ ਲੋਕ ਨੇ ਉਹ ਇਸ ਤਰੀਕੇ ਦੇ ਨਾਲ ਉਹਨਾਂ ਦੀਆਂ ਭਾਵਨਾਵਾਂ ਹਰਟ ਹੋ ਚੁੱਕੀਆਂ ਨੇ ਕਿ ਉਹ ਕੁਝ ਵੀ ਕਰ ਸਕਦੇ ਨੇ। ਈਵਨ ਕਿ ਜੇ ਇਸ ਵਕਤ ਉਹ ਦੋਖੀ ਬੰਦਾ ਸੰਗਤ ਦੇ ਹੱਥੀ ਚੜ੍ਹ ਦਿੰਦਾ ਤਾਂ ਇਹ 'ਚ ਕੋਈ ਸ਼ੱਕ ਨਹੀਂ ਕਿ ਸੰਗਤ ਜਾਂ ਉਹਨੂੰ ਕੁੱਟ ਕੇ ਮਾਰ ਵੀ ਸਕਦੀ ਹੈ ਜੀ। ਸੋ ਪੁਲਿਸ ਆਪਣਾ ਕੰਮ ਕਰ ਰਹੀ ਹੈ, ਕਿਉਂਕਿ ਹੁਣ ਪੁਲਿਸ ਦੀ ਐਂਟਰੀ ਹੋ ਗਈ ਹੈ ਤਾਂ ਹੁਣ ਪੁਲਿਸ ਆਪਣਾ ਕੰਮ ਕਰੇਗੀ। ਪੁਲਿਸ ਹੁਣ ਉਸ ਨੂੰ ਕਿਸੇ ਲਿਹਾਜ਼ ਦੇ ਨਾਲ ਸੰਗਤ ਨੂੰ ਵਾਪਸ ਨਹੀਂ ਕਰੇਗੀ। ਹਾਂ, ਪਹਿਲਾਂ ਕਾਫੀ ਕੁਝ ਹੋ ਸਕਦਾ ਸੀ, ਅਸੀਂ ਦੇਖਿਆ ਕਿ ਬਹੁਤ ਸਾਰੀਆਂ ਘਟਨਾਵਾਂ ਹੋਈਆਂ ਨੇ, ਇੱਕਾ ਦੁੱਕਾ ਇਸ ਤਰੀਕੇ ਦੀਆਂ ਘਟਨਾਵਾਂ ਨੇ, ਜਿਵੇਂ ਸਿੰਘੂ ਬਾਰਡਰ ਤੇ ਜਿਹੜਾ ਆਪਾਂ ਦੇਖਿਆ ਕਿ ਇਸ ਤਰੀਕੇ ਦੇ ਨਾਲ ਬੇਅਦਬੀ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉੱਥੇ ਜਿਹੜੇ ਮੌਜੂਦ ਸਿੰਘ ਹੁੰਦੇ ਨੇ ਉਹਨੂੰ ਮੌਕੇ ਤੇ ਸੋਧ ਦਿੰਦੇ ਨੇ ਜੀ। ਤਾਂ ਬਾਅਦ ਦੇ ਵਿੱਚ ਇਸ ਤਰੀਕੇ ਦੀਆਂ ਗੱਲਾਂ ਹੋ ਜਾਂਦੀਆਂ ਨੇ, ਪਰ ਕਾਨੂੰਨ ਨੂੰ ਆਪਣੇ ਹੱਥੀ ਲੈਣਾ ਵੀ ਗਲਤ ਹੈ। ਪਰ ਸੰਗਤ ਵੀ ਕੀ ਕਰੇ, ਲੋਕ ਵੀ ਕੀ ਕਰਨ, ਜਦੋਂ ਹਰ ਵਾਰ ਦੋਖੀ ਫੜ ਲਿਆ ਜਾਂਦਾ ਹੈ, ਦੋਖੀ ਨੂੰ ਫੜ ਕੇ ਪੁਲਿਸ ਦੇ ਸਪੁਰਦ ਕੀਤਾ ਜਾਂਦਾ ਹੈ ਤੇ ਫਿਰ ਬਾਅਦ ਦੇ ਵਿੱਚ ਗੱਲ ਇਹ ਕਹਿ ਦਿੱਤੀ ਜਾਂਦੀ ਹੈ ਕਿ ਉਹ ਬੰਦੇ ਦਾ ਮਾਨਸਿਕ ਸੰਤੁਲਨ ਠੀਕ ਨਹੀਂ ਸੀ। ਸੋ ਹਰ ਵਾਰ ਜਦੋਂ ਹੈਪੀ ਜੀ ਇਹ ਚੀਜ਼ਾਂ ਹੁੰਦੀਆਂ ਨੇ ਤਾਂ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਤਾਂ ਉਹ ਹੁਣ ਕਿਤੇ ਨਾ ਕਿਤੇ ਕਾਨੂੰਨ ਤੋਂ ਫਿਰ ਉੱਪਰ ਉੱਠ ਜਾਂਦਾ ਹੈ ਕਿ ਨਹੀਂ, ਕਾਨੂੰਨ ਨੇ ਉਹ ਸਜ਼ਾ ਨਹੀਂ ਦੇਣੀ ਜੋ ਸਜ਼ਾ ਦੇਣੀ ਬਣਦੀ ਸੀ। ਪਰ ਮੈਂ ਫਿਰ ਉਹੀ ਗੱਲ ਕਰ ਰਿਹਾ ਕਿ ਜਿਸ ਵੇਲੇ ਸੰਗਤ ਦੇ ਕੋਲ ਸੀ, ਸੰਗਤ ਨੇ ਦੋਖੀ ਨੂੰ ਫੜ ਲਿਆ ਸੀ, ਉਸ ਵੇਲੇ ਕੁਝ ਵੀ ਹੋ ਸਕਦਾ ਸੀ। ਪਰ ਇਹ ਵੀ ਆਪਾਂ ਕਹਿੰਦੇ ਆ ਕਿ ਠੀਕ ਹੈ, ਚੰਗੀ ਗੱਲ ਹੈ, ਜ਼ਿਆਦਾ ਜਿਹੜਾ ਕਾਨੂੰਨ ਆ ਆਪਣੇ ਹੱਥ ਨਹੀਂ ਲਿਆ, ਠੀਕ ਹੈ, ਕੁੱਟਮਾਰ ਕੀਤੀ ਗਈ ਹੈ, ਬਾਅਦ ਚ ਪੁਲਿਸ ਦੀ ਐਂਟਰੀ ਹੁੰਦੀ ਹੈ। ਪਰ ਹੁਣ ਜਿਸ ਤਰੀਕੇ ਦੇ ਨਾਲ ਸੰਗਤ ਜਿਹੜੀ ਡਿਮਾਂਡ ਕਰ ਰਹੀ ਹੈ, ਸੋ ਸੰਗਤ ਨੂੰ ਇਹ ਸਮਝ ਜਾਣਾ ਚਾਹੀਦਾ ਕਿ ਹੁਣ ਜਦੋਂ ਪੁਲਿਸ ਇਸ ਤਰੀਕੇ ਦੇ ਕਿਸੇ ਵੀ ਕ੍ਰਾਈਮ 'ਚ ਇਨਵੋਲਵ ਹੋ ਜਾਂਦੀ ਹੈ ਤਾਂ ਜਿਹੜਾ ਦੋਸ਼ੀ ਹੁੰਦਾ ਉਹਨੂੰ ਫਿਰ ਵਾਪਸ ਲੋਕਾਂ ਦੇ ਸਪੁਰਦ ਨਹੀਂ ਕਰ ਸਕਦੀ ਪੁਲਿਸ, ਕਿਉਂਕਿ ਪੁਲਿਸ ਨੇ ਅੱਗੇ ਅਦਾਲਤ ਨੂੰ ਕਾਨੂੰਨ ਮੁਤਾਬਕ ਮਤਲਬ ਕਾਨੂੰਨ ਮੁਤਾਬਕ ਜੀ। ਰਾਓ ਸਾਹਿਬ, ਮੈਂ ਵੀ ਕਹਿਣਾ ਚਾਹੁੰਦਾ ਸੀਗਾ ਵੀ ਤੁਸੀਂ ਜਿਵੇਂ ਕਹਿ ਰਹੇ ਹੋ ਕਿ ਇੱਕ ਪਾਸੇ ਇਹ ਗੁਰੂ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੇ, ਪਰ ਦੂਸਰੇ ਪਾਸੇ ਜੇ ਕਪੂਰਥਲਾ ਦੀ ਗੱਲ ਕਰੀਏ ਤਾਂ ਗੁਰੂ ਘਰ ਦੇ ਵਿੱਚ ਜੇ ਦੋ ਸਿੰਘ ਨੇ, ਗੋਲਕਾਂ ਪਿੱਛੇ ਵੀ ਲੜਾਈਆਂ ਹੋ ਰਹੀਆਂ, ਗੋਲਕਾਂ ਪਿੱਛੇ ਵੀ ਹੋ ਰਹੀਆਂ ਨੇ। ਬਿਲਕੁਲ, ਕਮੇਟੀ ਇੱਕ ਪਾਸੇ ਤੇ ਦੂਸਰੇ ਜਿਹੜੀ ਕਮੇਟੀ ਦੇਖਦੇ ਅਸੀਂ ਕਿ ਆਮ ਗੁਰੂ ਘਰਾਂ ਦੇ ਵਿੱਚ ਦੋ ਕਮੇਟੀਆਂ ਤਾਂ ਆਮ ਹੀ ਬਣ ਜਾਂਦੀਆਂ ਨੇ ਕਿ ਰੌਲਾ ਹਰ ਵਾਰ ਗੋਲਖ ਦਾ ਹੀ ਹੁੰਦਾ। ਸੋ ਇਹ ਕਪੂਰਥਲੇ ਵਾਲੀ ਘਟਨਾ ਤਾਂ ਇਸੇ ਤਰੀਕੇ ਦੀ ਹੈ ਕਿ ਗੋਲਖ ਦਾ ਮੈਟਰ ਹੈ, ਇੱਕ ਕਮੇਟੀ ਦੇ ਕੋਲ ਪਾਵਰ ਹੈ ਤੇ ਜਿਹੜੀ ਦੂਸਰੀ ਧਿਰ ਹੈ ਉਹ ਚਾਹੁੰਦੀ ਹੈ ਕਿ ਅਸੀਂ ਕਾਬਜ ਹੋ ਜਾਈਏ। ਸੋ ਇਹ ਤਾਂ ਆ ਗਿਆ ਕਿ ਗੋਲਖ ਦਾ ਮੈਟਰ ਆ ਗਿਆ ਕਿ ਪੈਸਿਆਂ ਦਾ, ਪਰ ਇਹ ਸਾਡੇ ਗੁਰੂ ਘਰਾਂ ਦੇ ਵਿੱਚ ਨਹੀਂ ਹੋਣਾ ਚਾਹੀਦਾ। ਇੰਪੈਕਟ ਮਤਲਬ ਮੈਂ ਉਹੀ ਕਹਿ ਰਿਹਾ, ਇੰਪੈਕਟ ਬੜਾ ਗਲਤ ਹੈ, ਇੰਪੈਕਟ ਬੜਾ ਗਲਤ ਪੈਂਦਾ, ਕਿਉਂਕਿ ਇਹ ਲੋਕਾਂ ਦੇ ਵਿੱਚ ਮੈਸੇਜ ਜਾਂਦਾ ਹੈ ਕਿ ਜਿਹੜੀ ਕੌਮ ਹੈ ਜਾਂ ਸਿੱਖ ਨੇ ਤਾਂ ਇਸ ਤਰੀਕੇ ਦੇ ਨਾਲ ਗੋਲਕ ਉਹਨਾਂ ਦੇ ਮਨਾਂ ਤੇ ਹਾਵੀ ਹੋ ਚੁੱਕੇ ਨੇ ਕਿ ਜਿਹੜੀ ਵੀ ਗੁਰੂ ਘਰਾਂ ਦੇ ਵਿੱਚ ਕਮੇਟੀ ਹੈ ਪਹਿਲਾਂ ਤੋਂ ਕੰਮ ਕਰਦੀ ਹੈ, ਉਸ ਤੋਂ ਬਾਅਦ ਜਾਂ ਉਹ ਸਹੀ ਨਹੀਂ ਕੰਮ ਕਰਦੀ, ਦੂਸਰੇ ਬੰਦੇ ਇਕੱਠੇ ਹੋ ਕੇ ਦੂਜੀ ਕਮੇਟੀ ਬਣਾ ਲੈਂਦੇ ਨੇ ਤੇ ਫਿਰ ਉਹ ਗੋਲਕਾਂ ਨੂੰ ਲੈ ਕੇ ਇਸ ਤਰੀਕੇ ਨਾਲ ਲੜਾਈ ਲੜੀ ਜਾਂਦੀ ਹੈ ਤੇ ਜਿਹੜੀ ਕਿ ਧਰਮ ਦੀ ਬਦਨਾਮੀ ਹੈ ਜਿਹੜੀ ਉਹ ਹੁੰਦੀ ਆ। ਪਰ ਵਾਪਸ ਆਪਾਂ ਨੂੰ ਮਰਿੰਡੇ ਵਾਲੀ ਘਟਨਾ ਤੇ ਭਗਤਾ ਜੀ ਆਉਣਾ ਪਊਗਾ, ਕਿਉਂਕਿ ਬਹੁਤ ਸੀਰੀਅਸ ਇਹ ਘਟਨਾ ਹੈਗੀ ਹੈ। ਬੇਸ਼ੱਕ ਦੀ ਮੰਨ ਲਓ ਕਿ ਬੰਦਾ ਮਾਨਸਿਕ ਰੋਗੀ ਹੈ, ਉਹਦਾ ਮਾਨਸਿਕ ਸੰਤੁਲਨ ਹੋ ਸਕਦਾ ਕਿ ਕਦੇ-ਕਦੇ ਖਰਾਬ ਹੋ ਵੀ ਜਾਂਦਾ ਹੋਵੇ, ਪਰ ਵੱਡਾ ਸਵਾਲ ਇਹ ਹੈ ਕਿ ਜੇ ਉਸ ਬੰਦੇ ਦਾ ਮਾਨਸਿਕ ਸੰਤੁਲਨ ਠੀਕ ਨਹੀਂ ਸੀ ਤਾਂ ਫਿਰ ਉਹ ਰੋਡ ਤੇ ਖੜ ਕੇ ਉਹਨੇ ਟਰੱਕ ਕਿਉਂ ਨਹੀਂ ਰੋਕ ਲਿਆ? ਕਿਉਂਕਿ ਇਹੀ ਹੋ ਜਾਂਦਾ ਨਾ ਕਿ ਮਾਨਸਿਕ ਸੰਤੁਲਨ ਤਾਂ ਠੀਕ ਨਹੀਂ ਹੈ ਤਾਂ ਬੰਦਾ ਆਪਣੇ ਆਪ ਨੂੰ ਸ਼ਾਇਦ ਰੱਬ ਸਮਝਣ ਲੱਗ ਜਾਂਦਾ ਹੋਵੇ ਜਾਂ ਜਿਹੜਾ ਆ ਗਿਆ ਉਹਦੇ ਟੱਕਰ ਮਾਰਦਾ ਹੋਵੇ। ਤੇ ਫਿਰ ਸਮਝਣ ਵਾਲੀ ਗੱਲ ਹੈ ਕਿ ਉਸ ਬੰਦੇ ਨੇ ਰੋਡ ਤੇ ਜਾ ਕੇ ਕਿਸੇ ਬੱਸ ਜਾਂ ਟਰੱਕ ਦੇ ਵਿੱਚ ਟੱਕਰ ਕਿਉਂ ਨਹੀਂ ਮਾਰੀ ਕਿ ਮੈਂ ਤਾਂ ਰੋਕ ਦੂੰਗਾ ਬੱਸ ਨੂੰ ਜੀ। ਬਾਹਰ ਇੰਨੇ ਲੋਕ ਜਾਂਦੇ ਸੀ, ਉਹਨਾਂ ਦੇ ਨਾਲ ਉਹਨੇ ਝਗੜਾ ਕਿਉਂ ਨਹੀਂ ਕੀਤਾ? ਕਿਉਂ ਉਸ ਦਾ ਟਾਰਗੇਟ ਬੰਨਿਆ ਹੋਇਆ ਸੀ ਕਿ ਉਸਨੇ ਦਰਬਾਰ ਸਾਹਿਬ ਦੇ ਵਿੱਚ ਹੀ ਜਾਣਾ, ਭੋਰਾ ਸਾਹਿਬ ਦੇ ਅੰਦਰ ਹੀ ਜਾਣਾ ਤੇ ਅੱਗੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰ ਰਹੇ ਨੇ ਪਾਠੀ, ਉਹਨਾਂ ਤੇ ਹੀ ਮੈਂ ਹਮਲਾ ਕਰਨਾ। ਇਹ ਵੀ ਨਹੀਂ ਕਿ ਇਕੱਲਾ ਪਾਠੀਆਂ ਨੂੰ ਕੁੱਟਿਆ ਗਿਆ, ਗੁਰੂ ਮਹਾਰਾਜ ਜੀ ਦੀ ਬੇਅਦਬੀ ਵੀ ਕੀਤੀ ਗਈ ਹੈ। ਸੋ ਇਹ ਜਿਹੜੇ ਦੇਖੋ, ਹਾਲਾਂਕਿ ਸੀਸੀਟੀਵੀ ਤਾਂ ਲਗਾਏ ਗਏ ਨੇ, ਸੀਸੀਟੀਵੀ ਦੇ ਵਿੱਚ ਇਹ ਸਾਰਾ ਕੁਝ ਆ ਗਿਆ, ਪਰ ਸੀਸੀਟੀਵੀ ਲਗਾਉਣ ਦੇ ਬਾਵਜੂਦ ਵੀ ਸਾਨੂੰ ਸੋਚਣਾ ਪਊਗਾ ਕਿ ਕੀ ਇਸ ਤਰ੍ਹਾਂ ਦੀਆਂ ਘਟਨਾਵਾਂ ਰੁਕ ਰਹੀਆਂ ਨੇ, ਨਹੀਂ ਰੁਕ ਰਹੀਆਂ ਜੀ। ਹਾਲਾਂਕਿ ਜਿਹੜਾ ਬੰਦਾ ਕ੍ਰਾਈਮ ਕਰਦਾ ਉਹਦਾ ਜਿਹੜੀ ਸਾਰੀ ਰਿਕਾਰਡਿੰਗ ਆ ਉਸ ਕ੍ਰਾਈਮ ਦੀ, ਉਹ ਸੀਸੀਟੀਵੀ ਦੇ ਵਿੱਚ ਕੈਦ ਹੋ ਜਾਂਦੀ ਹੈ ਜੀ, ਤਾਂ ਜੋ ਸਾਰਾ ਕੋਈ ਦੇਖ ਸਕੇ ਕਿ ਹਾਂ ਵਾਕਈ ਇਸ ਬੰਦੇ ਨੇ ਇਸ ਤਰੀਕੇ ਦਾ ਘਿਨਾਉਣਾ ਅਪਰਾਧ ਹੈ ਉਹ ਕੀਤਾ ਸੀ। ਪਰ ਸਵਾਲ ਤਾਂ ਇਹ ਹੈ
ਕਿ ਇਸ ਤਰੀਕੇ ਦੇ ਨਾਲ ਸੀਸੀਟੀਵੀ ਲੱਗਣ ਤੋਂ ਬਾਅਦ ਵੀ ਇਹ ਘਟਨਾਵਾਂ ਨਹੀਂ ਰੁਕ ਰਹੀਆਂ, ਤਾਂ ਇਹ ਘਟਨਾਵਾਂ ਦੀ ਜੜ ਕਿੱਥੇ ਹੈ ਉਹ ਲੱਭਣੀ ਉਹੀ ਗੱਲ ਹੈ ਕਿ ਕਈ ਵਾਰੀ ਹੁੰਦਾ ਕਿ ਜਦੋਂ ਭੀੜ ਹੈ ਜੀ ਇਸ ਤਰ੍ਹਾਂ ਦੀ ਘਟਨਾ ਘਟਦੀ ਹੈ, ਜਿਵੇਂ ਸਿੰਘੂ ਬਾਰਡਰ ਦੀ ਤੁਸੀਂ ਗੱਲ ਕਰੀ ਕਿ ਬੰਦੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ, ਉਸ ਦੇ ਮਰਨ ਤੋਂ ਬਾਅਦ ਉਹ ਚੀਜ਼ਾਂ ਲੁਕ ਜਾਂਦੀਆਂ ਨੇ। ਹੋ ਸਕਦਾ ਪਿੱਛੇ ਸਾਜ਼ਿਸ਼ ਹੋਵੇ ਕੋਈ। ਮੈਂ ਉਹੀ ਗੱਲ ਕਰ ਰਿਹਾ, ਬੇਸ਼ੱਕ ਦੀ ਸਾਜ਼ਿਸ਼ ਨਾ ਵੀ ਹੋਵੇ, ਪਰ ਇਹ ਚੀਜ਼ ਸਾਨੂੰ ਲੱਭਣੀ ਪਏਗੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਇਹ ਚੀਜ਼ ਲੱਭਣੀ ਪਊਗੀ ਕਿ ਇੱਕ ਤਾਂ ਉਹ ਬੰਦਾ ਸਿੱਖ ਧਰਮ ਦੇ ਨਾਲ ਸੰਬੰਧਿਤ ਹੈ, ਕੇਸ ਉਹਦੇ ਰੱਖੇ ਹੋਏ ਨੇ, ਪਰਨਾ ਉਹਨੇ ਬੰਨਿਆ ਹੋਇਆ, ਸਿੱਖ ਸਰਦਾਰ ਦੇ ਦਿੱਖ ਦੇ ਵਿੱਚ ਆ ਉਹ ਬੰਦਾ, ਤੇ ਫਿਰ ਇਸ ਤਰੀਕੇ ਦਾ ਹੀ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਉਸਨੇ ਆਪਣੇ ਹੀ ਧਰਮ ਨੂੰ ਟਾਰਗੇਟ ਕਿਉਂ ਕੀਤਾ, ਇਹਦੇ ਪਿੱਛੇ ਕਾਰਨ ਕੀ ਨੇ ਜੀ, ਇਹ ਲੱਭਣੇ ਪੈਣਗੇ। ਕਿਉਂਕਿ ਜਦੋਂ ਤੱਕ ਇਹ ਕਾਰਨ ਨਹੀਂ ਲੱਭਦੇ ਤੇ ਇਸ ਤਰ੍ਹਾਂ ਦੀਆਂ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਲਗਾਤਾਰ ਘਟਨਾਵਾਂ ਸ਼ਾਇਦ ਅੱਗੇ ਵੀ ਹੁੰਦੀਆਂ ਰਹਿਣਗੀਆਂ। ਹੁਣ ਇਹਦੇ ਵਿੱਚ ਕੀ ਹੈ, ਇਹਦੇ ਵਿੱਚ ਜਿਹੜਾ 295 ਏ ਦਾ ਜਿਹੜਾ ਜੋ ਮਾਮਲਾ ਹੈ ਪੁਲਿਸ ਉਹਦੇ ਵਿੱਚ ਕਰੇਗੀ, ਹੋ ਸਕਦਾ ਕਿ ਸਾਲ 2 ਸਾਲ ਉਹਨੂੰ ਜਿਹੜੀ ਆ ਸਜ਼ਾ ਹੋ ਸਕਦੀ ਹੈ। ਤੇ ਇੱਥੇ ਵੀ ਜਿਹੜੀਆਂ ਸਰਕਾਰਾਂ ਨੂੰ ਸਭ ਤੋਂ ਪਹਿਲਾਂ ਚਾਹੀਦਾ ਹੈ ਕਿ ਜਿਹੜਾ ਬੇਅਦਬੀ ਇਸ ਤਰੀਕੇ ਦੀ ਕਿਤੇ ਵੀ ਕੀਤੀ ਜਾਂਦੀ ਹੈ ਉਹਦੇ ਲਈ ਖਾਸ ਤੌਰ ਤੇ ਸਖਤ ਹੈ ਜਿਹੜਾ ਕਾਨੂੰਨ ਬਣਾਇਆ ਜਾਵੇ ਕਿ ਜਿਹੜਾ ਬੰਦਾ ਇਸ ਤਰੀਕੇ ਦੇ ਨਾਲ, ਚਾਹੇ ਉਹ ਸਿੱਖ ਧਰਮ ਦੇ ਕਿਸੇ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਕਰਦਾ, ਚਾਹੇ ਬਾਈਬਲ ਦੀ, ਚਾਹੇ ਕੁਰਾਨ ਦੀ, ਚਾਹੇ ਗੀਤਾ ਦੀ, ਜੋ ਵੀ ਕਿਸੇ ਧਰਮ ਦੀ ਬੇਅਦਬੀ ਕਰਦਾ, ਉਸ ਦੀ ਜਿਹੜੀ ਸਜ਼ਾ ਉਹ ਸਜ਼ਾਏ ਮੌਤ ਹੋਣੀ ਚਾਹੀਦੀ ਹੈ। ਤੁਸੀਂ ਦੇਖ ਲਿਓ ਜਦੋਂ ਇਹ ਕਾਨੂੰਨ ਲਾਗੂ ਹੋ ਗਿਆ ਤੇ ਫੇਰ ਕਿਸੇ ਦਾ ਮਾਨਸਿਕ ਸੰਤੁਲਨ ਖਰਾਬ ਨਹੀਂ ਹੋਣਾ ਭਗਤਾ ਜੀ, ਇਹ ਵੀ ਮੈਂ ਗਾਰੰਟੀ ਨਾਲ ਕਹਿ ਸਕਦਾ। ਸੋ ਕਾਨੂੰਨ ਸਖਤ ਕਰਨਾ ਪਊਗਾ। ਜਦੋਂ ਤੱਕ ਕਾਨੂੰਨ ਸਖਤ ਨਹੀਂ ਹੁੰਦਾ, ਇਸ ਤਰੀਕੇ ਦੀਆਂ ਘਟਨਾਵਾਂ ਹੋ ਸਕਦਾ ਹੈ ਕਿ ਭਵਿੱਖ ਦੇ ਵਿੱਚ ਵੀ ਹੁੰਦੀਆਂ ਰਹਿਣ। ਇਸ ਗੱਲ ਤੇ ਚਰਚਾ ਕਰਨ ਲਈ ਸ਼ੁਕਰੀਆ ਰਾਓ ਸਾਹਿਬ ਜੀ, ਧੰਨਵਾਦ।